ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਕੂੰ। ਠਾਕੁਰ ਊਚ ਭਗਵਾਨਾ, ਸੁਖਾ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸੰਤ ਪੂਰੇ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲਗੁਨ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲਗੁਨ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਇਸ ਪੁਨੀ ਬੜ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹਿਆ ਮੰਗਲ ਗਾਵਈ, ਗੀਤ ਗੋਵਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤਿਅਨ ਜਾਏ। ਸੰਸਾਰ ਸਾਗਰ ਤੇ ਰੱਖਿਅਨ, ਬਹੁੜ ਨ ਜਨਮੇ ਧਾਏ। ਜਿਹਵਾ ਏਕ ਅਨੇਕ ਗੁਣ, ਤੇਰੇ ਨਾਨਕ ਚਰਨੀ ਪਾਏ। ਫਲਗੁਨ ਨਿਤ ਸਲਾਹੀਐ, ਜਿਸਨੂੰ ਤਿਲ ਨ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਫੱਗਣ ਮਹੀਨੇ ਦੀ ਸੰਗਰਾਂਦ ਦਾ ਜੋ ਦਿਹਾੜਾ ਹੈ ਉਹ ਸਾਨੂੰ ਪ੍ਰਾਪਤ ਹੋ ਰਿਹਾ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਸਾਲ ਦਾ ਇਹ ਸਭ ਤੋਂ ਅਖੀਰਲਾ ਮਹੀਨਾ ਜਿਹੜਾ ਹੈ ਇਹ ਸਾਨੂੰ ਪ੍ਰਾਪਤ ਹੋ ਰਿਹਾ ਹੈ। ਜਿਵੇਂ ਈਸਵੀ ਸਾਲ ਦੇ ਵਿੱਚ ਦਸੰਬਰ ਦਾ ਮਹੀਨਾ ਹੁੰਦਾ ਹੈ, ਇਸੇ ਤਰ੍ਹਾਂ ਇਹ ਜੋ ਖਾਲਸੇ ਦਾ ਸਾਲ ਹੈ, ਬਿਕਰਮੀ ਸੰਮਤ ਹੈ, ਇਸ ਦੇ ਅੰਦਰ ਇਹ ਫੱਗਣ ਦਾ ਮਹੀਨਾ ਜੋ ਹੈ ਇਹ ਅਖੀਰਲਾ ਹੈ। ਇਹਦੇ ਤੋਂ ਅੱਗੇ ਚੇਤਰ ਦਾ ਮਹੀਨੇ ਤੋਂ ਨਵਾਂ ਸਾਲ ਪ੍ਰਾਰੰਭ ਹੁੰਦਾ। ਤੋ ਅੱਜ ਸਾਨੂੰ ਇਹ ਫੱਗਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪ੍ਰਾਪਤ ਹੋ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸੰਗਤ ਨੇ ਬੇਨਤੀ ਕੀਤੀ ਹੈ, ਮਹਾਰਾਜ ਜੀ ਕੋਈ ਸੌਖੀ ਜੀ ਬਾਣੀ ਆਪ ਜੀ ਬਖਸ਼ਿਸ਼ ਕਰੋ। ਜਿਵੇਂ ਅੱਜ ਸਾਡੇ ਕੋਲ ਹਰੇਕ ਮੁਹੱਲੇ ਵਿੱਚ ਹਰੇਕ ਜਗ੍ਹਾ ਦੇ ਉੱਪਰ ਗੁਰੂ ਘਰ ਨੇ, ਔਰ ਗੁਰੂ ਘਰ ਦੇ ਅੰਦਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਰੂਪ ਵੀ ਨੇ। ਅਸੀਂ ਜਦੋਂ ਚਾਹੀਏ ਜਿੱਥੇ ਜਾ ਕੇ ਮੱਥਾ ਟੇਕ ਸਕਦੇ ਹਾਂ, ਗੁਰਬਾਣੀ ਪੜ੍ਹ ਸਕਦੇ ਹਾਂ, ਪੋਥੀਆਂ ਦੇ ਰੂਪ ਦੇ ਵਿੱਚ ਵੀ ਪੜ੍ਹ ਸਕਦੇ ਹਾਂ। ਗੁਟਕੇ ਸਾਹਿਬ ਵੀ ਸਾਡੇ ਕੋਲ ਨੇ। ਪਰ ਜਿਨ੍ਹਾਂ ਸਮਿਆਂ ਵਿੱਚ ਸੰਗਤ ਨੇ ਬੇਨਤੀ ਕੀਤੀ ਨਾ ਮਹਾਰਾਜ ਸਾਹਿਬ ਜੀ ਨੂੰ,
ਉਸ ਸਮੇਂ ਗੁਰਮੁਖੋ ਅੱਜ ਵਾਂਗੂ ਹਰੇਕ ਨਗਰ ਵਿੱਚ ਗੁਰੂ ਘਰ ਨਹੀਂ ਸਨ, ਜਾਂ ਹਰੇਕ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਨਹੀਂ ਸਨ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬਾਣੀ ਇਹੋ ਜਿਹੀ ਸੌਖੀ ਉਚਾਰੋ ਜਿਸ ਬਾਣੀ ਨੂੰ ਅਸੀਂ ਜ਼ੁਬਾਨੀ ਯਾਦ ਕਰ ਲਈਏ, ਜਾਂ ਅਸੀਂ ਪੋਥੀਆਂ ਦੇ ਰੂਪ ਦੇ ਵਿੱਚ, ਗੁਟਕੇ ਸਾਹਿਬ ਦੇ ਰੂਪ ਦੇ ਵਿੱਚ ਬਾਣੀ ਆਪਣੇ ਘਰ ਰੱਖ ਸਕੀਏ, ਤਾਂ ਕਿ ਉਸ ਬਾਣੀ ਨੂੰ ਪੜ੍ਹ ਕੇ ਸਾਨੂੰ ਮਹੀਨੇ ਦਾ ਮਹਾਤਮ ਪ੍ਰਾਪਤ ਹੋ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਇਹ ਬਚਨ ਸੰਗਤ ਦੇ ਵੱਲੋਂ ਸੁਣਿਆ, ਤੇ ਮਹਾਰਾਜ ਸਾਹਿਬ ਜੀਆਂ ਨੇ ਇਹ ਬਾਣੀ ਜਿਹੜੀ ਆਪਾਂ ਸਰਵਣ ਕਰ ਰਹੇ ਹਾਂ, ਬਾਝ ਰਾਗ ਦੇ ਅੰਦਰ ਫਿਰ ਇਸ ਬਾਣੀ ਨੂੰ ਲਿਖਿਆ। 12 ਮਹੀਨਿਆਂ ਦਾ ਉਪਦੇਸ਼ ਹੈ। ਪਹਿਲੀ ਪੌੜੀ ਵਿੱਚ ਬੇਨਤੀ ਕਰਨ ਦੀ ਜਾਚ ਦੱਸਦੇ, ਅਤੇ ਅਖੀਰਲੀ ਪੌੜੀ ਦੇ ਵਿੱਚ ਮਹਾਤਮ ਦੱਸਦੇ, ਫਲ ਦੱਸਦੇ। ਇਸ ਤਰ੍ਹਾਂ ਇਸ ਬਾਣੀ ਦੀਆਂ 14 ਪੌੜੀਆਂ ਮਹਾਰਾਜ ਨੇ ਉਚਾਰੀਆਂ। 12 ਪੌੜੀਆਂ, 12 ਮਹੀਨਿਆਂ ਦਾ ਉਪਦੇਸ਼। ਪਹਿਲੀ ਪੌੜੀ ਦੇ ਵਿੱਚ ਬੇਨਤੀ ਕਰਨ ਦੀ ਜਾਚ ਦੱਸਦੇ ਨੇ, ਅਤੇ ਅਖੀਰਲੀ ਪੌੜੀ ਜਿਹੜੀ ਹੈ ਉਹਦੇ ਵਿੱਚ ਬੇਨਤੀ ਕਿਵੇਂ ਕਰਨੀ ਹੈ। ਸੋ ਮਹਾਤਮ ਕੀ ਪ੍ਰਾਪਤ ਹੁੰਦਾ, ਫਲ ਕੀ ਪ੍ਰਾਪਤ ਹੁੰਦਾ, ਇਹ ਦੱਸਦੇ। ਸੋ ਇਸ ਤਰ੍ਹਾਂ ਇਹ ਮਹਾਰਾਜ ਜੀਆਂ ਨੇ ਬਾਣੀ ਉਚਾਰੀ ਹੈ। 133 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ। ਸੋ ਅੱਜ ਆਪਾਂ ਨੂੰ ਫੱਗਣ ਦਾ ਮਹੀਨਾ ਪ੍ਰਾਪਤ ਹੋਇਆ। ਸੋ ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ। ਮਿਲ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲਗੁਨ ਆਨੰਦ ਉਪਾਰਜਨਾ, ਹਰ ਸੱਜਣ ਭਗਤੇ ਆਏ। ਫੱਗਣ ਦਾ ਮਹੀਨਾ ਪ੍ਰਾਪਤ ਹੋਇਆ। ਫਲਗੁਣ ਤੋਂ ਭਾਵ ਹੈ ਫੱਗਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਮਹੀਨੇ ਦੇ ਅੰਦਰ ਆਨੰਦ ਉਪਾਰਜਨਾ, ਉਹਨਾਂ ਹਿਰਦਿਆਂ ਦੇ ਵਿੱਚ ਆਨੰਦ ਪ੍ਰਾਪਤ ਹੋਇਆ। ਉਹਨਾਂ ਦੇ ਹਿਰਦੇ ਖਿੜ ਗਏ ਨੇ। ਮਹਾਰਾਜ ਕਿਹਨਾਂ ਦੇ? ਹਰ ਸੱਜਣ ਪ੍ਰਗਟੇ ਆਏ, ਜਿਨ੍ਹਾਂ ਦੇ ਹਰ ਜੋ ਹਰੀ ਹੈ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹ ਪ੍ਰਗਟ ਹੋਇਆ ਹੈ। ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਸੱਜਣ ਬਣਾਇਆ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇ ਸਾਹੋ। ਜਿਸ ਦੇ ਕੋਲ ਬੈਠ ਕੇ ਸ਼ੋਭਾ ਪਾਈਏ, ਜਿਸ ਦੇ ਕੋਲ ਬੈਠ ਕੇ ਸ਼ਾਨ ਵਧੇ, ਜਿਹਦੇ ਕੋਲ ਬੈਠ ਕੇ ਕੀਮਤ ਵੱਧ ਜਾਵੇ, ਐਸਾ ਹੈ ਉਹ ਪਰਮਾਤਮਾ ਜਿਨ੍ਹਾਂ ਨੇ ਉਸ ਨੂੰ ਸੱਜਣ ਬਣਾਇਆ ਹੈ। ਜਿਵੇਂ ਕੱਲ ਆਪਾਂ ਬਚਨ ਸਰਵਣ ਕਰ ਰਹੇ ਸੀ, ਸ਼ਾਹੂਕਾਰ ਨੇ ਆਖਿਆ, ਨਾਮਦੇਵ ਜਾ ਲਿਆ ਆਪਣਾ ਪ੍ਰੇਮੀ, ਆਪਣਾ ਮਦਦਗਾਰ ਕੌਣ ਹੈ, ਮੈਂ ਨਹੀਂ ਕਿਸੇ ਕੋਲੋਂ ਡਰਦਾ। ਭਗਤ ਨਾਮਦੇਵ ਜੀ ਨੇ ਆਖਿਆ ਸੀ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਅਸੀਂ ਸੱਜਣ ਬਣਾਇਆ ਪਰਮਾਤਮਾ ਨੂੰ। ਇਹ ਨਾਮਦੇਵ ਜੀ ਦੇ ਬਚਨ ਸਨ। ਆਪਾਂ ਕੱਲ ਭਗਤ ਨਾਮਦੇਵ ਦੀ ਬਾਣੀ ਸਰਵਣ ਕਰ ਰਹੇ ਸੀ। ਇੱਥੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸੱਜਣ ਬਣਾਇਆ ਹੈ, ਮਿੱਤਰ ਬਣਾਇਆ ਹੈ। ਪਰਮਾਤਮਾ ਨੂੰ ਜਿਹਨੇ ਮਿੱਤਰ ਬਣਾ ਲਿਆ, ਉਹਦੇ ਹਿਰਦੇ ਵਿੱਚ ਫਿਰ ਆਨੰਦ ਹੀ ਆਨੰਦ ਪੈਦਾ ਹੋ ਜਾਂਦਾ। ਫਲਗੁਣ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਨੰਦ ਉਪਾਰਜਨਾ। ਫੱਗਣ ਦੇ ਮਹੀਨੇ ਵਿੱਚ ਉਹਨਾਂ ਹਿਰਦਿਆਂ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ। ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ। ਪ੍ਰਗਟ ਕਰਨ ਵਾਸਤੇ ਗੁਰਮੁਖੋ ਨਾਮ ਜਪਣਾ ਪੈਂਦਾ। ਪਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਬਣਾਉਣਾ ਪੈਂਦਾ, ਗੁਰੂ ਵਾਲੇ ਬਣਨਾ ਪੈਂਦਾ। ਪਾਣੀ ਤੇ ਸਾਰੀ ਧਰਤੀ ਦੇ ਥੱਲੇ ਹੀ ਹੈ, ਪਰ ਧਰਤੀ ਹੇਠਲਾ ਪਾਣੀ ਪ੍ਰਾਪਤ ਕਰਨ ਵਾਸਤੇ ਟਿਊਬਵੈੱਲ ਲਾਉਣਾ ਪਵੇਗਾ, ਨਲਕਾ ਲਾਉਣਾ ਪਵੇਗਾ, ਖੂਹ ਲਾਉਣਾ ਪਵੇਗਾ, ਯਤਨ ਕਰਨਾ ਪਵੇਗਾ, ਤਾਂ ਧਰਤੀ ਦੇ ਹੇਠਲਾ ਪਾਣੀ ਬਾਹਰ ਆ ਕੇ ਤੇਰੇ ਬੁੱਕ ਵਿੱਚ ਆਏਗਾ, ਤੇਰੇ ਮੂੰਹ ਵਿੱਚ ਜਾਏਗਾ। ਇਸੇ ਤਰ੍ਹਾਂ ਗੁਰਮੁਖੋ ਪਰਮਾਤਮਾ ਹੈ ਤੇ ਸਾਰੇ ਥਾਵਾਂ 'ਤੇ,
ਪਰ ਉਹ ਸਾਰੇ ਥਾਵਾਂ ਤੇ ਰਹਿਣ ਵਾਲੇ ਪ੍ਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ ਬੰਦਗੀ ਕਰਨੀ ਪਵੇਗੀ, ਨਾਮ ਜਪਣਾ ਪਵੇਗਾ। ਤੇ ਜਿਨ੍ਹਾਂ ਨੇ ਨਾਮ ਜਪਿਆ ਫਿਰ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ। ਜਿਨ੍ਹਾਂ ਨੂੰ ਗੁਰਮੁਖੋਂ ਪ੍ਰਾਪਤੀ ਹੋ ਗਈ ਨਾ, ਉਹਨਾਂ ਨੂੰ ਫਿਰ ਆਨੰਦ ਹੀ ਆਨੰਦ ਹੈ, ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਉਹਨਾਂ ਦੇ ਆਨੰਦ ਵਿੱਚ ਫਿਰ ਫਰਕ ਕੋਈ ਨਹੀਂ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਜਿਸ ਵੇਲੇ ਬਖਸ਼ਿਸ਼ ਕੀਤੀ ਨਾ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਕਿਆਂ ਸਿੱਖਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਵਾਈ, ਉਹਨਾਂ ਵਿੱਚੋਂ 48 ਸਿੱਖ ਉਹ ਨਿਕਲੇ ਜਿਨ੍ਹਾਂ ਨੂੰ ਵਧੇ ਮੁਕਤੀ ਦਾ ਵਰ ਪ੍ਰਾਪਤ ਹੋਇਆ। ਵਧੇ ਮੁਕਤ ਹੋ ਗਿਆ, ਸਰੀਰ ਵਿੱਚ ਰਹਿੰਦਿਆਂ ਹੋਇਆਂ ਮੁਕਤੀ, ਆਨੰਦ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਤੁਹਾਡੀਆਂ ਡਿਊਟੀਆਂ ਨੇ ਵੱਖ-ਵੱਖ ਜਗ੍ਹਾ ਦੇ ਉੱਪਰ ਦੇਣੀਆਂ। ਬਾਬਾ ਦੀਪ ਸਿੰਘ ਜੀਆਂ ਦੀ ਡਿਊਟੀ ਤੁਸੀਂ ਗੁਰਬਾਣੀ ਨੂੰ ਲਿਖਣਾ ਹੈ, ਅੱਗੇ ਹੋਰ ਗ੍ਰੰਥਾਂ ਦੇ ਵਿੱਚ ਪੰਥ ਦੀ ਸੰਭਾਲ ਕਰਨੀ ਹੈ, ਸੇਧ ਦੇਣੀ, ਉਪਦੇਸ਼ ਦੇਣਾ ਹੈ। ਇਸੇ ਤਰ੍ਹਾਂ ਭਾਈ ਮਨੀ ਸਿੰਘ ਵਰਗਿਆਂ ਦੀ ਵੀ ਡਿਊਟੀ ਲੱਗੀ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਭਾਈ ਮਨੀ ਸਿੰਘ ਜੀ। ਇਹ ਤੁਹਾਡੀਆਂ ਸੇਵਾਵਾਂ ਨੇ, ਇਹ ਤੁਸੀਂ ਕਰਨੀਆਂ। ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਹੜਾ ਆਨੰਦ ਹੁਣ ਬਣਿਆ ਹੋਇਆ, ਇਹ ਆਨੰਦ ਵਿੱਚ ਕਿਤੇ ਫਰਕ ਨਾ ਪੈ ਜਾਵੇ, ਕਿਤੇ ਘਟ ਨਾ ਜਾਵੇ, ਇਹਦੇ ਵਿੱਚ ਸਾਨੂੰ ਕੋਈ ਘਾਟਾ ਨਾ ਬਣ ਜਾਵੇ। ਹੁਣ ਤੇ ਬੜਾ ਆਨੰਦ ਆਉਂਦਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਨੂੰ ਕਹਿਣ ਲੱਗੇ, ਭਾਵੇਂ ਸੀਸ ਵੀ ਉਤਰ ਜਾਵੇ, ਇਸ ਆਨੰਦ ਵਿੱਚ ਫਰਕ ਨਹੀਂ ਪਵੇਗਾ, ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਤੇ ਭਾਈ ਮਨੀ ਸਿੰਘ ਜੀਆਂ ਨੂੰ ਬਚਨ ਹੋਇਆ, ਕਹਿਣ ਲੱਗੇ ਭਾਵੇਂ ਬੰਦ ਵੀ ਕੱਟਿਆ ਜਾਏ, ਪਰ ਇਹ ਜਿਹੜਾ ਆਨੰਦ ਤੁਹਾਨੂੰ ਹੁਣ ਪ੍ਰਾਪਤ ਹੋ ਗਿਆ, ਇਹਦੇ ਵਿੱਚ ਫਰਕ ਨਹੀਂ ਪਵੇਗਾ, ਇਹ ਜਿਉਂਦਾ ਤਿਉਂ ਬਣਿਆ ਹੀ ਰਹੇਗਾ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਸਮੇਂ ਦੀ ਸਰਕਾਰ ਨੇ ਭਾਈ ਮਨੀ ਸਿੰਘ ਜੀਆਂ ਦੇ ਬੰਦ ਕੱਟ ਦਿੱਤੇ। ਗੁਰੂ ਕਾ ਸਿੱਖ ਚੌਕੜਾ ਮਾਰ ਕੇ ਬੈਠਾ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਪਣੀ ਰਸਨਾ ਤੋਂ ਬਖਸ਼ਿਸ਼ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਪੜ੍ਹਦਿਆਂ ਆਪਾਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਪੜ੍ਹਦੇ ਹਾਂ। ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਪੜ੍ਹੀ ਨਾ, ਇੰਨੇ ਚਿਰ ਨੂੰ ਸਾਰਾ ਸਰੀਰ ਜਿਹੜਾ ਨਾ ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਨਮਤਾ ਤੋਂ ਲੈ ਕੇ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਇਹ ਪੜ੍ਹਦੇ ਪਏ। ਇੱਥੋਂ ਲੈ ਕੇ ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਤੱਕ ਪਹੁੰਚੇ, ਕਹਿਣ ਲੱਗੇ ਵੀ ਸਰੀਰ ਜਲਾਦ ਨੇ ਨਾ ਟੋਕੇ ਦੇ ਨਾਲ ਕੱਟ ਕੇ ਸਾਰੇ ਬੰਦ ਕੱਟ ਕੇ ਤੇ ਟੋਕਰਿਆਂ ਵਿੱਚ ਭਰ ਦਿੱਤਾ। ਪਰ ਗੁਰਮੁਖੋ ਸਰੀਰ ਤੇ ਕੱਟਿਆ ਗਿਆ, ਸਾਰੇ ਬੰਦ ਜੁਦਾ ਹੋ ਗਏ। ਪਰ ਜੁਦਾ ਹੋਏ ਸਰੀਰ ਦੇ ਟੁਕੜਿਆਂ ਦੇ ਵਿੱਚੋਂ ਵੀ ਸੁਖਮਨੀ ਸਾਹਿਬ ਦਾ ਪਾਠ ਨਿਰੰਤਰ ਚੱਲਦਾ ਪਿਆ। ਭਾਵੇਂ ਪਹਿਲਾਂ ਇੱਕ ਜ਼ੁਬਾਨ ਤੋਂ ਪੜ੍ਹਿਆ ਜਾ ਰਿਹਾ ਸੀ, ਹੁਣ ਸਾਰੇ ਸਰੀਰ ਦੇ ਟੁਕੜਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਗੁਰੂ ਕੇ ਸਿੱਖ ਨੇ ਫਿਰ ਸਾਰੀ ਗੁਰਬਾਣੀ ਨੂੰ ਪੜ੍ਹ ਕੇ, ਮਹਾਰਾਜ ਸਾਹਿਬ ਜੀਆਂ ਨੇ ਬਚਨ ਲਿਖੇ ਨਾ ਸੁਖਮਨੀ ਸਾਹਿਬ ਜੀ ਦੇ, ਸਾਰੇ ਬਚਨ ਪੜ੍ਹੇ ਬੜੀ ਭਾਵਨਾ ਦੇ ਨਾਲ, ਅਤੇ ਫਿਰ ਫਤਿਹ ਦੀ ਸਾਂਝ ਕੀਤੀ। ਫਿਰ ਜਾ ਕੇ ਸਰੀਰ ਸ਼ਾਂਤ ਹੋਇਆ। ਇਹ ਹੈ ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋਇਆ। ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ, ਉਹਨਾਂ ਦੇ ਆਨੰਦ ਵਿੱਚ ਕਦੇ ਫਰਕ ਨਹੀਂ ਪੈਂਦਾ। ਭਾਵੇਂ ਉਹ ਸਰੀਰ ਕਰਕੇ ਦੁਨੀਆ ਦੇ ਵਿੱਚ ਵਿਚਰਦੇ ਪਏ ਨੇ, ਭਾਵੇਂ ਉਹਨਾਂ ਦੇ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਮਹਾਰਾਜ ਕਹਿਣ ਲੱਗੇ, ਫਲਗੁਣ ਆਨੰਦ ਉਪਾਰਜਨਾ। ਫੱਗਣ ਦੇ ਮਹੀਨੇ ਦਾ ਉਪਦੇਸ਼ ਇਹ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਹੋ ਗਿਆ ਨਾ, ਉਹਨਾਂ ਦੇ ਆਨੰਦ ਨੂੰ ਤੋੜਿਆ ਮੁਕਾਇਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਹਰੀ ਸੱਜਣ ਪ੍ਰਗਟ ਹੋਇਆ ਹੈ। ਜਿਵੇਂ ਭਾਈ ਮਨੀ ਸਿੰਘ ਦੇ ਹਿਰਦੇ ਵਿੱਚ ਸਤਿਗੁਰੂ ਆਪ ਬਖਸ਼ਿਸ਼ ਕਰਦੇ ਪਏ, ਰਹਿਮਤ ਕਰਦੇ ਪਏ, ਐਸੀਆਂ ਦਾਤਾਂ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਹਨ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਗੁਰਮੁਖੋ ਜਿਹੜੇ ਸੰਤ ਨੇ ਨਾ, ਜਾਂ ਆਪਾਂ ਕਹਿ ਲਈਏ ਸਾਧ ਸੰਗਤ, ਇਹ ਸਾਧ ਸੰਗਤ ਸਹਾਇਤਾ ਕਰਦੀ ਹੈ ਰਾਮ ਦੇ ਨਾਲ ਮਿਲਣ ਵਾਸਤੇ।
ਇੱਕ ਬੜੀ ਸੌਖੀ ਜੀ ਉਦਾਹਰਨ ਹੈ। ਦੋ ਭਰਾ ਨੇ, ਇੱਕ ਛੋਟਾ ਤੇ ਇੱਕ ਵੱਡਾ। ਛੋਟੇ ਨੂੰ ਕੰਮ ਨਹੀਂ ਕਰਨਾ ਆਉਂਦਾ, ਪਰ ਉਹ ਕੰਮ ਆਪਣੇ ਵੱਡੇ ਭਰਾ ਨੂੰ ਵੇਖਦਾ ਪਿਆ ਵੀ ਇਹ ਕਿਵੇਂ ਕਰਦਾ ਹੈ। ਉਹਦੇ ਵੱਲ ਵੇਖ ਕੇ ਹੱਸਦਿਆਂ ਖੇਡਦਿਆਂ ਉਹ ਕੰਮ ਕਰਨਾ ਸਿੱਖ ਜਾਂਦਾ ਹੈ। ਜਾਂ ਵੱਡਾ ਭਾਈ ਛੋਟੇ ਭਰਾ ਨੂੰ ਸਿਖਾਉਂਦਾ ਹੈ ਬੈਠਣਾ ਕਿਵੇਂ ਹੈ, ਖਾਣਾ ਕਿਵੇਂ ਹੈ, ਬੋਲਣਾ ਕਿਵੇਂ ਹੈ। ਵੱਡਾ ਭਰਾ ਛੋਟੇ ਨੂੰ ਸਿਖਾ ਦਿੰਦਾ, ਛੋਟਾ ਵੱਡੇ ਵੱਲ ਵੇਖ ਕੇ ਸਿੱਖ ਜਾਂਦਾ। ਇਸੇ ਤਰ੍ਹਾਂ ਗੁਰੂ ਕੀ ਸੰਗਤ ਹੈ। ਇਹ ਸਾਧੂ ਨੇ ਜਿਨ੍ਹਾਂ ਦੀ ਸੰਗਤ ਵਿੱਚ ਅਸੀਂ ਬੈਠਾਂਗੇ, ਉਹਨਾਂ ਵੱਲ ਵੇਖ ਕੇ ਅਸੀਂ ਵੀ ਸਿੱਖ ਜਾਵਾਂਗੇ ਬੈਠਣਾ ਕਿਵੇਂ ਹੈ, ਜਪਣਾ ਕਿਵੇਂ ਹੈ, ਸੁਣਨਾ ਕਿਵੇਂ ਹੈ। ਇਹ ਹੈ ਸਾਧ ਸੰਗਤ। ਮਹਾਰਾਜ ਕਹਿਣ ਲੱਗੇ ਕਿ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸੰਤ ਨੇ ਨਾ ਸਾਧੂ, ਜਾਂ ਸੰਤ ਤੋਂ ਕਹਿ ਲਈਏ ਸਾਧ ਸੰਗਤ, ਇਹ ਨੇ ਸਾਡੀ ਸਹਾਇਤਾ ਕਰਨ ਵਾਲੇ। ਸੰਤ ਸਹਾਈ ਪ੍ਰੇਮ ਕੇ, ਇਹ ਸਹਾਇਤਾ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਇਆ। ਕਰ ਕਿਰਪਾ ਕੀਆ ਮਿਲਾਏ, ਜਿਨ੍ਹਾਂ ਦੇ ਫਿਰ ਕਿਰਪਾ ਹੁੰਦੀ ਹੈ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਉਹਨਾਂ ਦੀ ਅੰਤਹਿਕਰਨ ਰੂਪੀ ਜਿਹੜੀ ਸਿਜਾ ਹੈ, ਇਹਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ, ਉਹਨਾਂ ਨੂੰ ਸਾਰੇ ਸੁੱਖ ਦੁਨੀਆ ਦੇ ਪ੍ਰਾਪਤ ਹੋ ਜਾਂਦੇ। ਉਹਨਾਂ ਨੂੰ ਫਿਰ ਦੁੱਖ ਨਹੀਂ ਕੋਈ ਰਹਿ ਜਾਂਦਾ, ਦੁੱਖ ਸਾਰੇ ਦੂਰ ਹੋ ਜਾਂਦੇ। ਸਰਬ ਤਰ੍ਹਾਂ ਦੇ ਸੁੱਖ, ਹਰੇਕ ਸੁੱਖ ਜ਼ਿੰਦਗੀ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਦੁੱਖਾਂ ਨਾ ਹੀ ਜਾਏ, ਦੁੱਖਾਂ ਦੀ ਕੋਈ ਜਗ੍ਹਾ ਰਹਿ ਹੀ ਨਹੀਂ ਜਾਂਦੀ, ਥਾਂ ਹੀ ਨਹੀਂ ਰਹਿ ਜਾਂਦਾ ਦੁੱਖ ਵਾਲਾ। ਭਾਵੇਂ ਕਿ ਦੁਨੀਆ ਦੇ ਲੋਕ ਦੁੱਖ ਦੇਣ ਦਾ ਯਤਨ ਵੀ ਕਰਨ, ਪਰ ਉਹ ਦੁੱਖ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਸੁੱਖ ਹੀ ਸੁੱਖ ਬਣਿਆ ਰਹਿੰਦਾ। ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ। ਦੁੱਖ ਤੇ ਰਹਿ ਹੀ ਕੋਈ ਨਹੀਂ ਗਿਆ, ਸੁੱਖ ਹੀ ਸੁੱਖ ਹਨ, ਕਿਉਂਕਿ ਇੱਕ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹਾਂ। ਇਛ ਪੁਨੀ ਬੜ ਭਾਗਨੀ, ਪਰ ਪਾਇਆ ਹਰ ਰਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਵੱਡਿਆਂ ਭਾਗਾਂ ਵਾਲੇ ਜੀਵ ਨੇ ਨਾ ਗੁਰਮੁਖੋ, ਉਹਨਾਂ ਦੀਆਂ ਇੱਛਾ ਪੂਰੀਆਂ ਹੋ ਗਈਆਂ। ਕਿਵੇਂ ਪੂਰੀਆਂ ਹੋ ਗਈਆਂ? ਕਿਉਂਕਿ ਉਹਨਾਂ ਨੇ ਵਰ ਦੇ ਰੂਪ ਦੇ ਵਿੱਚ, ਪਤੀ ਦੇ ਰੂਪ ਵਿੱਚ ਪਰਮਾਤਮਾ ਨੂੰ ਪਾਇਆ। ਜਿੰਨਾ ਚਿਰ ਪਰਮਾਤਮਾ ਨੂੰ ਨਹੀਂ ਪਾ ਲੈਂਦੇ, ਉਹਨਾਂ ਚਿਰ ਇੱਛਾ ਪੂਰੀਆਂ ਨਹੀਂ ਹੁੰਦੀਆਂ। ਅੱਜ ਅਸੀਂ ਇੱਕ ਚੀਜ਼ ਮੰਗੀ ਹੈ ਨਾ, ਅਸੀਂ ਘਰ ਤੋਂ ਚੱਲੇ ਆ ਕਿ ਮੈਨੂੰ ਆਹ ਚੀਜ਼ ਦੀ ਲੋੜ ਹੈ, ਮੰਗ ਲਈ, ਉਹ ਚੀਜ਼ ਮਿਲ ਗਈ, ਵਸਤੂ ਮਿਲ ਗਈ ਗੁਰੂ ਦੇ ਕੋਲੋਂ। ਇਹਦਾ ਮਤਲਬ ਇਹ ਨਹੀਂ ਹੈ ਵੀ ਹੁਣ ਸਾਨੂੰ ਲੋੜ ਨਹੀਂ ਰਹਿ ਗਈ ਹੈ, ਕੱਲ੍ਹ ਨੂੰ ਫਿਰ ਆਵਾਂਗੇ ਕੋਈ ਨਵੀਂ ਇੱਛਾ ਪੈਦਾ ਹੋ ਜਾਏਗੀ, ਪਰਸੋਂ ਫਿਰ ਆਵਾਂਗੇ ਫਿਰ ਨਵੀਂ ਇੱਛਾ ਪੈਦਾ ਹੋਵੇਗੀ। ਇੱਛਾ ਕਦੇ ਮੁੱਕਦੀਆਂ ਨਹੀਂ, ਕਦੇ ਮਰਦੀਆਂ ਨਹੀਂ, ਰੋਜ਼ ਤੋਂ ਰੋਜ਼ ਨਵੀਂ ਤੋਂ ਨਵੀਂ ਇੱਛਾ ਪੈਦਾ ਹੁੰਦੀ ਹੈ। ਜੇ ਇੱਛਾ ਪੂਰੀ ਹੋ ਜਾਵੇ ਤਾਂ ਵੀ ਉਸ ਤੋਂ ਅੱਗੇ ਹੋਰ ਪੈਦਾ ਹੁੰਦੀ ਹੈ। ਪਰ ਇੱਛਾ ਉਹਨਾਂ ਦੀਆਂ ਮੁੱਕ ਗਈਆਂ ਜਿਨ੍ਹਾਂ ਨੇ ਪਰਮਾਤਮਾ ਨੂੰ ਵਰ ਦੇ ਰੂਪ ਦੇ ਵਿੱਚ ਪਾ ਲਿਆ। ਐਸੀਆਂ ਮੁੱਕੀਆਂ ਵੀ ਇੱਛਾ ਰਹਿ ਹੀ ਕੋਈ ਨਹੀਂ ਗਈ। ਇਹ ਉਹਨਾਂ ਨੂੰ ਕਿਤੇ ਮੌਕਾ ਵੀ ਮਿਲਿਆ ਨਾ, ਸਮਾਂ ਵੀ ਮਿਲਿਆ ਨਾ ਕੁਝ ਪਾਉਣ ਦਾ, ਕੁਝ ਲੈਣ ਦਾ, ਉਹਨਾਂ ਨੇ ਆਖਿਆ ਸਾਨੂੰ ਕੁਝ ਨਹੀਂ ਚਾਹੀਦਾ। ਐਸੀ ਉਹਨਾਂ ਦੀ ਇੱਛਾ, ਐਸਾ ਸੰਤੋਖ ਪ੍ਰਾਪਤ ਹੋਇਆ। ਇੱਛ ਪੁੰਨੀ ਵਡ ਭਾਗਨੀ, ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਗੁਰਮੁਖ, ਉਹਨਾਂ ਦੀਆਂ ਇੱਛਾ ਪੂਰੀਆਂ ਤਾਂ ਹੋ ਗਈਆਂ, ਇੱਛਾ ਵੱਲੋਂ ਤਾਂ ਰੱਜ ਗਏ ਕਿਉਂਕਿ ਵਰ ਪਾਇਆ। ਵਰ ਨਾਮ ਹੈ ਪਤੀ ਦਾ, ਉਹਨਾਂ ਨੇ ਪਤੀ ਨੂੰ ਪਾ ਲਿਆ। ਕਿਹੜਾ ਪਤੀ ਪਾਇਆ? ਹਰ ਰਾਏ, ਜਿਹੜਾ ਹਰੀ ਹੈ, ਰਾਏ ਕਹੀਏ ਰਾਜਾ ਹੈ। ਜੋ ਹਰੀ ਰਾਜਾ ਹੈ ਪਰਮਾਤਮਾ, ਉਹ ਗੁਰਮੁਖਾਂ ਨੇ ਪਤੀ ਦੇ ਰੂਪ ਦੇ ਵਿੱਚ ਪਾ ਕੇ ਉਹਦੀ ਪ੍ਰਾਪਤੀ ਵਾਲੇ ਬਣ ਕੇ ਆਪਣੀਆਂ ਤਮਾਮ ਇੱਛਾ ਪੂਰੀਆਂ ਕਰ ਲਈਆਂ ਹਨ। ਮਿਲ ਸਹੀਆ ਮੰਗਲ ਗਾਵਈ, ਗੀਤ ਗੋਵਿੰਦ ਅਲਾਏ। ਗੁਰਮੁਖੋ, ਜਦੋਂ ਵਿਆਹ ਰੱਖਿਆ ਹੋਵੇ ਨਾ, ਤੇ ਉਸ ਵੇਲੇ ਸਖੀਆਂ ਜਿਹੜੀਆਂ ਨੇ, ਦੁਲਹਨ ਦੀਆਂ ਜਿਹੜੀਆਂ ਸਹੇਲੀਆਂ ਨੇ, ਉਹ ਗੀਤ ਗਾਉਂਦੀਆਂ। ਕਿਉਂ? ਕਿਉਂਕਿ ਦੁਲਹਨ ਦਾ ਅੱਜ ਮਿਲਾਪ ਹੋਣਾ ਪਤੀ ਦੇ ਨਾਲ। ਇਸੇ ਤਰ੍ਹਾਂ ਗੁਰਮੁਖੋ, ਪਰਮਾਤਮਾ ਦੇ ਨਾਲ ਜਿਨ੍ਹਾਂ ਜੀਵ ਇਸਤਰੀਆਂ ਦਾ ਮਿਲਾਪ ਹੁੰਦਾ ਹੈ, ਮਿਲ ਸਖੀਆਂ ਮੰਗਲ ਗਾਵਈ। ਸਖੀਆਂ ਕੌਣ ਨੇ? ਸੰਤ ਮਹਾਤਮਾ ਗੁਰਮੁਖ।
ਜਿਨ੍ਹਾਂ ਦੇ ਨਾਲ ਬੈਠ ਬੈਠ ਕੇ ਸਿਮਰਨ ਕੀਤਾ, ਜਿਨ੍ਹਾਂ ਦੀ ਆਗਿਆ ਦੇ ਵਿੱਚ ਰਹਿ ਕੇ, ਜਿਨ੍ਹਾਂ ਦੇ ਕਹਿਣੇ ਵਿੱਚ ਰਹਿ ਕੇ, ਜਿਨ੍ਹਾਂ ਦੇ ਦੱਸੇ ਉਪਦੇਸ਼ ਨੂੰ ਕਮਾਇਆ। ਜਦੋਂ ਐਸੇ ਮਹਾਤਮਾ ਮਹਾਂਪੁਰਖਾਂ ਦੇ ਨਾਲ ਬੈਠ ਕੇ ਸਿਮਰਨ ਕੀਤਾ, ਸਿਮਰਨ ਕਰਦਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਮਿਲ ਸਹੀਆਂ ਮੰਗਲ ਗਾਵਹੀ। ਉਹ ਜਿਹੜੀਆਂ ਸਖੀਆਂ ਨੇ ਮਹਾਤਮਾ ਰੂਪ, ਉਹ ਮੰਗਲ ਗਾਉਂਦੀਆਂ, ਖੁਸ਼ੀ ਦੇ ਗੀਤ ਗਾਉਂਦੀਆਂ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਤੋ ਐਸੀ ਉਹਨਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਉਹ ਗੁਰਮੁਖ ਫਿਰ ਖੁਸ਼ੀ ਦੇ ਨਾਲ ਝੂਮ ਉੱਠਦੇ, ਅਸੀਸਾਂ ਦਿੰਦੇ ਕਿ ਇਹ ਅੱਜ ਪ੍ਰਮਾਤਮਾ ਦੀ ਪ੍ਰਾਪਤੀ ਵਾਲਾ ਬਣਿਆ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਮਿਲ ਸਹੀਆਂ ਮੰਗਲ ਗਾਵਈ। ਸਖੀਆਂ ਕੀ ਨੇ? ਇਹ ਸਾਡੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਜਿਵੇਂ ਸਾਡੀਆਂ ਅੱਖਾਂ ਨੇ, ਸਾਡੇ ਕੰਨ ਨੇ, ਸਾਡਾ ਮੂੰਹ ਹੈ, ਹੱਥ ਹੈ। ਇਹ ਵੀ ਤੇ ਸਾਡੀ ਮਦਦ ਵਾਸਤੇ ਲੱਗੇ ਰਹੇ ਨਾ ਕਿ ਪ੍ਰਮਾਤਮਾ ਸਾਨੂੰ ਮਿਲੇ। ਅੱਖਾਂ ਨਾਲ ਅਸੀਂ ਬਾਣੀ ਪੜ੍ਹੀ ਹੈ, ਅੱਖਾਂ ਨਾਲ ਗੁਰੂ ਕੇ ਦਰਸ਼ਨ ਕੀਤੇ, ਹੱਥਾਂ ਨਾਲ ਸੇਵਾ ਕੀਤੀ ਹੈ, ਕੰਨਾਂ ਨਾਲ ਬਚਨ ਸੁਣੇ। ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋਣ ਲੱਗਦੀ ਹੈ, ਮਿਲ ਸਹੀਆਂ ਮੰਗਲ ਗਾਵਈ। ਇਹ ਇੰਦਰੀਆਂ ਰੂਪੀ ਜਿਹੜੀਆਂ ਸਖੀਆਂ ਨੇ ਨਾ, ਇਹ ਵੀ ਫਿਰ ਉਸ ਵੇਲੇ ਮੰਗਲ ਗਾਉਂਦੀਆਂ, ਖੁਸ਼ੀ ਮਨਾਉਂਦੀਆਂ ਹਨ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ। ਸਭਨੀ ਜਾਈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਬਖਾਨਾ। ਇਹ ਬਚਨ ਮਹਾਰਾਜ ਜੀ। ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਰ ਨੇ ਪੁੱਤਰ ਕੀ ਦਿੱਤਾ? ਨਾਮ ਰੂਪੀ ਪੁੱਤਰ ਦਿੱਤਾ। ਇਸ ਨਾਮ ਨੂੰ ਜਪ ਕੇ ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਵੀ ਕੱਟੇਗਾ ਜਿਹੜੇ ਡੇਰਾ ਲਾ ਕੇ ਬੈਠੇ ਸਨ। ਡੇਰਾ ਲਾ ਕੇ ਬੈਠਣ ਵਾਲੇ ਹੁੰਦੇ ਨੇ ਗੁਰਮੁਖੋ ਕਰਮ ਰੋਗ। ਦਵਾਈ ਜਿੰਨੀ ਮਰਜ਼ੀ ਖਾਈ ਜਾਓ, ਇਲਾਜ ਜਿੰਨਾ ਮਰਜ਼ੀ ਕਰਾਈ ਜਾਓ, ਰੋਗ ਜਾਂਦਾ ਹੀ ਨਹੀਂ ਹੈ, ਡੇਰਾ ਲਾ ਕੇ ਬੈਠਾ ਹੋਇਆ। ਪਰ ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਨਾਮ ਰੂਪੀ ਪੁੱਤਰ ਦੇ ਦਿੱਤਾ ਹੈ ਨਾ, ਨਾਮ ਦੇ ਦਿੱਤਾ, ਉਹਨਾਂ ਦੇ ਜਿਹੜੇ ਡੇਰਾ ਲਾ ਕੇ ਕਰਮ ਰੋਗ ਬੈਠੇ ਨੇ, ਇਹਨਾਂ ਨੂੰ ਵੀ ਪਰਮਾਤਮਾ ਭੰਨ ਦਿੰਦਾ, ਖਤਮ ਕਰ ਦਿੰਦਾ। ਦੁੱਖ ਰੋਗ ਕਾ ਡੇਰਾ ਭੰਨਾ। ਅਨੰਦ ਕਰੇ ਨਰ ਨਾਰੀ। ਨਰ ਕੀ ਹੈ? ਜੋ ਸਾਡਾ ਮਨ ਹੈ। ਤੇ ਨਾਰੀ ਕੀ ਹੈ? ਜੋ ਸਾਡੀਆਂ ਸਰੀਰ ਦੀਆਂ ਇੰਦਰੀਆਂ ਨੇ। ਅਨੰਦ ਕਰੇ ਨਰ ਨਾਰੀ। ਮਨ ਵੀ ਖੁਸ਼ੀ ਮਨਾਉਂਦਾ ਤੇ ਸਰੀਰ ਦੀਆਂ ਇੰਦਰੀਆਂ ਵੀ ਖੁਸ਼ੀ ਮਨਾਉਂਦੀਆਂ ਨੇ। ਹਰ ਹਰ ਪ੍ਰਭ ਕਿਰਪਾ ਧਾਰੀ। ਕਿਉਂਕਿ ਹਰੀ ਹਰ ਪਰਮਾਤਮਾ ਨੇ ਕਿਰਪਾ ਕੀਤੀ ਹੈ। ਕੀਤੀ ਕਿਵੇਂ ਹੈ? ਦਿਆਲ ਪੁਰਖ ਮਿਹਰਬਾਨਾ। ਜਦੋਂ ਉਹ ਦਿਆਲੂ ਹੋਇਆ ਤੇ ਸਾਧੂਆਂ ਦੇ ਰੂਪ ਦੇ ਵਿੱਚ ਮਦਦਗਾਰ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਿਲ ਸਹੀਆਂ ਮੰਗਲ ਗਾਵਹੀ। ਇੰਦਰੀਆਂ ਰੂਪੀ ਜਿਹੜੀਆਂ ਸਖੀਆਂ ਨੇ, ਸਹੇਲੀਆਂ ਨੇ, ਉਹ ਵੀ ਮੰਗਲ ਗਾਉਂਦੀਆਂ ਨੇ, ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਗੋਬਿੰਦ ਨੂੰ ਚੇਤੇ ਕਰਦੀਆਂ ਨੇ, ਕਿਉਂਕਿ ਉਹਨਾਂ ਗੁਰਮੁਖਾਂ ਨੂੰ ਪ੍ਰਾਪਤੀ ਹੋਈ ਹੈ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਪਰਮਾਤਮਾ ਵਰਗਾ ਕੋਈ ਦੂਜਾ ਹੈ ਹੀ ਨਹੀਂ। ਪਰਮਾਤਮਾ ਦੀ ਤੁਲਨਾ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ। ਨਾ ਸੂਰਜ ਨਾਲ, ਨਾ ਚੰਦਰਮਾ ਨਾਲ, ਨਾ ਦੇਵੀ ਦੇਵਤੇ ਨਾਲ, ਨਾ ਕਿਸੇ ਪੈਗੰਬਰ ਦੇ ਨਾਲ, ਨਾ ਕਿਸੇ ਅਵਤਾਰ ਜਾਂ ਭਗਤ ਦੇ ਨਾਲ, ਕਿਉਂਕਿ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਹਰ ਜਿਹਾ ਅਵਰ ਨਾ ਦਿਸਈ। ਪਰਮਾਤਮਾ ਵਰਗਾ ਕੋਈ ਦੂਜਾ ਨਹੀਂ ਹੈ। ਜੇ ਕੋਈ ਹੋਵੇ ਤੇ ਉਹਦਾ ਜ਼ਿਕਰ ਕਰੀਏ, ਪਰ ਹੈ ਹੀ ਕੋਈ ਨਹੀਂ। ਉਹ ਚਿਤਾਰਦਾ ਨਹੀਂ, ਔਗਣਾਂ ਨੂੰ ਨਹੀਂ, ਗਿਣਤੀ ਨਹੀਂ ਕਰਦਾ ਔਗਣਾ। ਜੇ ਔਗਣਾਂ ਦੀ ਗਿਣਤੀ ਕਰੇ ਤੇ ਅਸੀਂ ਇੰਨੇ ਔਗਣ ਕਰਦੇ ਕਿ ਉਹਨਾਂ ਔਗਣਾਂ ਕਰਕੇ ਅਸੀਂ ਨਸ਼ਟ ਹੋ ਜਾਈਏ। ਦੁਰਵਾਸ਼ਾ ਨਾਮ ਦਾ ਇੱਕ ਰਿਸ਼ੀ ਹੋਇਆ। ਜਦੋਂ ਵਿਆਹ ਕਰਾਉਣ ਗਿਆ ਨਾ, ਆਪਣੇ ਸਹੁਰੇ ਘਰ ਦੇ ਵਿੱਚ ਵਿਆਹ ਹੋਇਆ, ਤੇ ਡੋਲਾ ਤੁਰਨ ਲੱਗਾ ਤੇ ਲੜਕੀ ਦੇ ਬਾਪ ਨੇ, ਰਿਸ਼ੀ ਨੇ, ਉਹ ਵੀ ਰਿਸ਼ੀ ਹੈ, ਉਹਨੇ ਆਖਿਆ, ਕਹਿਣ ਲੱਗਾ, ਦੁਰਵਾਸ਼ਾ ਜੀ, ਮੇਰੀ ਲੜਕੀ ਜੇ 100 ਗੁਨਾਹ ਕਰੇ ਤੇ ਮਾਫ ਕਰ ਦੇ। ਕਿਉਂਕਿ ਉਹਨੂੰ ਪਤਾ ਹੈ ਵੀ ਇਹ ਜਿਹੜਾ ਸ਼ਰਾਪ ਦੇ ਦੇਵੇ ਜਾਂ ਇਹ ਵਰ ਦੇ ਦੇਵੇ, ਇਹਦਾ ਝੱਟ ਪੂਰਾ ਹੁੰਦਾ। ਔਰ ਦੁਰਵਾਸ਼ਾ ਜੀ ਨੂੰ ਬੜਾ ਕ੍ਰੋਧੀ ਮੰਨਿਆ, ਵੀ ਗੁੱਸਾ ਬੜੀ ਛੇਤੀ ਆਉਂਦਾ। ਬਾਪ ਨੇ ਤਰਲਾ ਕੀਤਾ ਵੀ ਮੈਂ ਧੀ ਤੇ ਆਪਣੀ ਦੇ ਦਿੱਤੀ ਹੈ, ਵਿਆਹ ਤੇ ਤੇਰਾ ਕਰ ਦਿੱਤਾ,
ਪਰ ਘਰ ਦੇ ਵਿੱਚ ਰਹਿੰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ, ਉੱਚੇ ਨੀਵੇਂ ਬਚਨ ਹੋ ਜਾਂਦੇ, ਕਿਤੇ ਮੇਰੀ ਧੀ ਨੂੰ ਸ਼ਰਾਪ ਨਾ ਦੇ ਦੇਵੇ। ਇਹ ਗੱਲ ਸੋਚ ਕੇ ਉਹਨੇ ਆਖਿਆ ਵੀ ਜੇ 100 ਗਲਤੀ ਕਰੇ ਤੇ ਮਾਫ ਕਰੀ। ਹੁਣ 100 ਗਲਤੀ ਤੋਂ ਭਾਵ ਇਹ ਸੀ ਵੀ ਇਹ ਗਲਤੀਆਂ ਭਾਵੇਂ ਜਿੰਨੀਆਂ ਮਰਜ਼ੀ ਕਰੇ, ਪਰ ਤੂੰ ਇਹਦੀਆਂ ਗਲਤੀਆਂ ਨੂੰ ਯਾਦ ਨਾ ਰੱਖੀ। ਕਹਿਣ ਲੱਗਾ ਜੀ ਠੀਕ ਹੈ, ਆਪਣੇ ਘਰੇ ਆ ਗਿਆ। ਜਦੋਂ ਘਰ ਵਾਲੀ ਗਲਤੀ ਕੋਈ ਕਰਿਆ ਕਰੇ, ਗਿਣਤੀ ਕਰ ਲਵੇ, ਅੱਜ ਇੱਕ ਗਲਤੀ ਕੀਤੀ ਹੈ, 2-4 ਦਿਨ ਲੰਘਣ ਫਿਰ ਕੋਈ ਗਲਤੀ ਹੋ ਜਾਵੇ, ਫਿਰ ਦੂਜੀ ਨੋਟ ਕਰ ਲਵੇ ਵੀ ਅੱਜ ਦੂਜੀ ਕਰ ਲਈ ਹੈ। ਕਰਦਿਆਂ ਕਰਦਿਆਂ 100 ਗਲਤੀਆਂ ਤੱਕ ਚੁੱਪ ਕਰਕੇ ਬੈਠਾ ਰਿਹਾ, ਗਲਤੀਆਂ ਦੀ ਗਿਣਤੀ ਕਰਦਾ ਰਿਹਾ। ਜਦੋਂ 100 ਪੂਰੀਆਂ ਹੋ ਗਈਆਂ, ਫਿਰ ਮਨ ਵਿੱਚ ਸੋਚ ਕੇ ਬੈਠ ਗਿਆ ਵੀ ਜੇ ਹੁਣ ਇਹਨੇ ਗਲਤੀ ਕੀਤੀ ਤੇ ਮੈਂ ਸਜ਼ਾ ਦੇਵਾਂ। ਤੇ ਜਦੋਂ ਉਹਨੇ 101 ਗਲਤੀ ਕੀਤੀ ਨਾ, 100 ਪੂਰੀਆਂ ਹੋ ਗਈਆਂ ਤੇ 100 ਤੋਂ ਉੱਪਰ ਇੱਕ ਹੋਰ ਕੀਤੀ। ਇੰਨਾ ਗੁੱਸੇ ਵਿੱਚ ਆਇਆ, ਦੁਰਵਾਸ਼ਾ ਰਿਖੀ ਨੇ ਸ਼ਰਾਪ ਦੇ ਕੇ ਆਪਣੀ ਘਰਵਾਲੀ ਭਸਮ ਕਰ ਦਿੱਤੀ, ਕਿਉਂਕਿ ਉਹਦੇ ਬਚਨ ਪੂਰੇ ਹੁੰਦੇ ਸਨ, ਵਰ ਦੇਵੇ ਜਾਂ ਸ਼ਰਾਪ ਦੇਵੇ। ਝੱਟ ਹੀ ਭਸਮ ਕਰ ਦਿੱਤੀ ਕਿ ਮੇਰੇ ਸਹੁਰੇ ਨੇ ਮੈਨੂੰ 100 ਬਚਨ ਕਿਹਾ ਸੀ ਵੀ 100 ਗਲਤੀਆਂ, 100 ਤੋਂ ਵੱਧ ਮੈਂ ਮਾਫ ਨਹੀਂ ਕਰ ਸਕਦਾ। ਪਰਮਾਤਮਾ ਜਿਹੜਾ ਹੈ ਨਾ, ਉਹ ਸਾਡੀਆਂ ਗਲਤੀਆਂ ਨੂੰ ਗਿਣਦਾ ਨਹੀਂ, ਅਸੀਂ ਕਿੰਨੀਆਂ ਕਰਦੇ। ਜੇ ਉਹ ਕਿਤੇ ਗਿਣ ਲੱਗ ਪਵੇ, ਅਸੀਂ ਤੇ ਰੋਜ਼ ਹੀ ਇੰਨੀਆਂ ਕਰਦੇ ਹਾਂ ਵੀ ਅਸੀਂ ਤੇ ਖਾਣ ਪੀਣ ਜੋਗੇ ਰਹੀਏ ਹੀ ਨਾ, ਉਹ ਤੇ ਸਾਨੂੰ ਝਾਟੀ ਮਾਰ ਦੇਵੇ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ, ਬਚਨ ਪੜ੍ਹਦੇ ਨੇ ਹਮਰੀ ਗਣਤ ਨਾ। ਸਾਡੀਆਂ ਗਲਤੀਆਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਹੈ। ਜੇ ਅਸੀਂ ਆਪਣੇ ਘਰ ਵਿੱਚ ਕਾਪੀ ਪੈਨ ਲਾ ਲਈਏ ਨਾ ਵੀ ਮੈਂ ਅੱਜ ਗਲਤੀ ਕੀਤੀ ਹੈ, ਮੈਂ ਨੋਟ ਕਰਨੀ ਹੈ, ਕਾਪੀ ਮੁੱਕ ਜਾਏਗੀ, ਪੈਨ ਖਤਮ ਹੋ ਜਾਏਗਾ, ਪਰ ਗਲਤੀਆਂ ਨਹੀਂ ਜੇ ਮੁੱਕਣੀਆਂ। ਕੋਈ ਨਾ ਕੋਈ ਚਾਹੁੰਦਿਆਂ ਨਾ ਚਾਹੁੰਦਿਆਂ ਗਲਤੀ ਜ਼ਰੂਰ ਹੋਵੇਗੀ। ਜੇ ਅਸੀਂ ਲੇਖੇ ਦੀ ਗਿਣਤੀ ਕਰ ਲਈਏ ਵੀ ਮੈਂ ਅੱਜ ਲੇਖਾ ਕਰਨਾ, ਹਿਸਾਬ ਕਰਨਾ ਵੀ ਅੱਜ ਸਵੇਰੇ ਮੈਂ ਕੀ ਕੀਤਾ, ਦੁਪਹਿਰੇ ਕੀ ਕੀਤਾ, ਸ਼ਾਮ ਨੂੰ ਕੀ ਕੀਤਾ, ਰਾਤ ਨੂੰ ਕੀ ਕੀਤਾ, ਇਹਦੇ ਵਿੱਚ ਕਿੰਨੇ ਮੈਂ ਚੰਗੇ ਕੰਮ ਕੀਤੇ, ਕਿੰਨੇ ਮੈਂ ਮਾੜੇ ਕੰਮ ਕੀਤੇ, ਕਿੰਨੇ ਮੈਂ ਪੁੰਨ ਕੀਤੇ, ਕਿੰਨੇ ਮੈਂ ਦਾਨ ਕੀਤੇ। ਪਰ ਕਹਿਣ ਲੱਗੇ ਕਾਪੀ ਪੈਨ ਤੇ ਮੁੱਕ ਜਾਏਗਾ, ਪਰ ਤੇਰੇ ਹਿਸਾਬ ਨਹੀਂ ਉਹ ਮੁੱਕਣੇ। ਪਰਮਾਤਮਾ ਜਿਹੜਾ ਹੈ ਉਹ ਤੇਰੇ ਗੁਨਾਹਾਂ ਨੂੰ ਵੇਖਦਾ ਜ਼ਰੂਰ ਹੈ, ਪਰ ਗਿਣਤੀ ਨਹੀਂ ਕਰਦਾ ਵੀ ਤੂੰ ਕਿੰਨੇ ਕਰਦਾ ਪਿਆ, ਬਲਕਿ ਉਹ ਮਾਫ ਵੀ ਕਰਦਾ ਹੈ। ਬੜੇ ਬੜੇ ਔਗਣ ਮਾਫ ਕਰ ਦਿੰਦਾ, ਵੱਡੇ ਤੋਂ ਵੱਡਾ ਗੁਨਾਹ ਵੀ ਉਹ ਮਾਫ ਕਰ ਦਿੰਦਾ, ਐਸਾ ਸਮਰੱਥ ਹੈ। ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਹਰ ਜਿਹਾ ਅਵਰ ਨਾ ਦਿਸਈ, ਪਰਮਾਤਮਾ ਵਰਗਾ ਦੂਜਾ ਹੈ ਹੀ ਕੋਈ ਨਹੀਂ। ਜਿਹਦੇ ਵੱਲ ਵੀ ਜਾਂਦੇ ਆ ਲੋਕ ਗਿਣਤੀਆਂ ਗਲਤੀਆਂ ਦੀ ਗਿਣਤੀ ਕਰਦੇ ਨੇ। ਅੱਜ ਇਹਨੇ 5 ਗਲਤੀਆਂ ਕੀਤੀਆਂ, ਅੱਜ ਇਹਨੇ 10 ਕੀਤੀਆਂ, ਅੱਜ ਇਹਨੇ 100 ਗਲਤੀ ਕੀਤੀ ਹੈ, ਇਹਨੂੰ ਸ਼ਰਾਪ ਦੇ ਕੇ ਭਸਮ ਕਰ ਦਿਓ। ਪਰਮਾਤਮਾ ਇੱਕ ਇਹੋ ਜਿਹਾ 100 ਕੀ ਕਈ 100 ਵੀ ਹੋ ਜਾਣ, ਉਹ ਕਿਸੇ ਨੂੰ ਭਸਮ ਨਹੀਂ ਕਰਦਾ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਜੇ ਪਰਮਾਤਮਾ ਸਾਡੇ ਦੋਸ਼ਾਂ ਨੂੰ ਵੇਖੇ ਨਾ ਵੀ ਅਸੀਂ ਕਿੰਨੇ ਗੁਨਾਹ ਕਰਦੇ, ਉਹਨਾਂ ਦੀ ਗਿਣਤੀ ਕਰੇ, ਤੇ ਮੈਨੂੰ ਲੱਗਦਾ ਵੀ ਸ਼ਾਮ ਨੂੰ ਸਾਡੀ ਥਾਲੀ ਵਿੱਚ ਪ੍ਰਸ਼ਾਦਾ ਨਾ ਹੋਵੇ, ਉਹ ਪ੍ਰਸ਼ਾਦਾ ਸਾਡਾ ਖੋਹ ਲਵੇ। ਇਹਨੇ ਬੰਦੇ ਨੇ ਚੰਗਾ ਕੰਮ ਹੀ ਕੋਈ ਨਹੀਂ ਕੀਤਾ ਸਾਰਾ ਦਿਨ, ਇਹ ਰਾਤ ਨੂੰ ਰੋਟੀ ਖਾਣ ਦੇ ਕਾਬਲ ਨਹੀਂ ਹੈ। ਰਾਤ ਦੀਆਂ ਗਲਤੀਆਂ ਸਾਡੀਆਂ ਗਿਣੇ ਤੇ ਅਸੀਂ ਸਵੇਰੇ ਨਹੀਂ ਭੋਜਨ ਛਕ ਸਕਦੇ, ਸਾਡਾ ਭੋਜਨ ਖਤਮ ਕਰ ਦੇਵੇ, ਦਾਣਾ ਪਾਣੀ ਬੰਦ ਕਰ ਦੇਵੇ। ਦੇਖਦਾ ਜ਼ਰੂਰ ਹੈ ਪਰ ਦਿੰਦਾ ਹੋਇਆ ਨਹੀਂ ਹਾਰਦਾ, ਦਈ ਜਾਂਦਾ ਹੈ। ਦਿਨੇ ਵੀ ਰੋਟੀ ਮਿਲਦੀ, ਰਾਤ ਨੂੰ ਵੀ ਮਿਲਦੀ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਦੇਖਦਾ ਜ਼ਰੂਰ ਹੈ ਪਰ ਦਿੰਦਾ ਨਹੀਂ ਰੁਕਦਾ, ਦਈ ਜਾ ਰਿਹਾ। ਇਸ ਕਰਕੇ ਆਖਿਆ ਹਰ ਜਿਹਾ ਅਵਰ ਨਾ ਦਿਸਈ, ਪਰਮਾਤਮਾ ਵਰਗਾ ਕੋਈ ਦੂਜਾ ਦਿਸਦਾ ਹੀ ਨਹੀਂ। ਦੁਨੀਆ ਦੇ ਲੋਕ ਔਗਣਾਂ ਦੀ ਗਿਣਤੀ ਕਰਦੇ, ਦੁਨੀਆ ਦੇ ਲੋਕ ਗੁਣਾਂ ਦੀ ਗਿਣਤੀ ਕਰਦੇ, ਦੁਨੀਆ ਦੇ ਲੋਕ ਚੰਗੇ ਕਰਮ ਤੇ ਮਾੜੇ ਕਰਮ ਦੀ ਗਿਣਤੀ ਕਰਦੇ। ਪਰਮਾਤਮਾ ਐਸੋ ਜਿਹਾ ਹੈ ਜਿਹੜਾ ਕਿਸੇ ਵੀ ਕਰਮ ਕਰਕੇ ਰੋਜੀ ਰੋਟੀ ਦੇਣ ਤੋਂ ਟਲਦਾ ਨਹੀਂ ਹੈ, ਦਿੰਦਾ ਹੈ। ਇਸ ਕਰਕੇ ਮਹਾਰਾਜ ਦੂਜਾ ਲਵੈ ਨਾ ਲਾਏ, ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ, ਕਿਹਨੂੰ ਤੇਰੇ ਬਰਾਬਰ ਕਹਿਣਾ ਕਰੀਏ। ਅਲਤ ਪਲਤ ਸਵਾਰਿਓਨ ਨਿਹਚਲ ਦਿੱਤੀਨ ਜਾਏ। ਜਿਨ੍ਹਾਂ ਨੇ ਨਾਮ ਜਪਿਆ, ਹਲਤ ਕਹੀਏ ਇਹ ਲੋਕ ਤੇ ਪਲਤ ਕਹੀਏ ਪਰਲੋਕ। ਹਲਤ ਪਲਤ ਸਵਾਰਿਓਨ, ਉਹਨਾਂ ਦਾ ਲੋਕ ਵੀ ਸੁਧਰ ਗਿਆ, ਪਰਲੋਕ ਵੀ ਸੁਧਰ ਗਿਆ।
ਨਾਮ ਜਪਿਆ ਇੱਥੇ ਵੀ ਜੈ ਜੈਕਾਰ ਹੈ, ਨਾਮ ਜਪਿਆ ਤੇ ਪਰਲੋਕ ਦੇ ਵਿੱਚ ਵੀ ਜੈ ਜੈਕਾਰ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਲਤ ਪਲਤ ਸਵਾਰਿਆਨ ਲੋਕ ਪਰਲੋਕ ਸੌਰ ਜਾਂਦਾ ਹੈ, ਨਿਹਚਲ ਦਿੱਤੀਨ ਜਾਏ। ਇਹੋ ਜੀ ਜਗ੍ਹਾ ਦਿੰਦਾ ਸੱਚਖੰਡ ਦੇ ਵਿੱਚ ਜਿਹੜੀ ਜਗ੍ਹਾ ਕਦੇ ਛੀਨ ਨਹੀਂ ਹੁੰਦੀ ਹੈ, ਖੋਈ ਨਹੀਂ ਜਾਂਦੀ। ਜਿਸ ਆਸਨ ਹਮ ਵੈਸੇ ਕੀਤੇ ਬੈਠ ਗਿਆ। ਜਿੱਥੇ ਮੈਂ ਅੱਜ ਬੈਠਾ, ਜਿੱਥੇ ਤੁਸੀਂ ਅੱਜ ਬੈਠੇ, ਇੱਥੇ ਘੜੀ ਬਾਅਦ ਕੋਈ ਹੋਰ ਬੈਠਾ ਹੋਵੇਗਾ, ਕੱਲ ਨੂੰ ਕੋਈ ਹੋਰ ਹੋਵੇਗਾ, ਪਰਸੋਂ ਕੋਈ ਹੋਰ ਹੋਵੇਗਾ। ਭਾਵੇਂ ਕਿ ਉਹ ਜਾਇਦਾਦ ਸਾਡੇ ਨਾਮ ਹੈ, ਸਾਡੀ ਜ਼ਮੀਨ, ਸਾਡਾ ਘਰ, ਪਰ ਫਿਰ ਵੀ ਉਸ ਜ਼ਮੀਨ ਜਾਇਦਾਦ ਤੇ ਦੂਜੇ ਦਾ ਹੱਕ ਉਸੇ ਵੇਲੇ ਹੋ ਜਾਣਾ, ਤੇਰੇ ਕੋਲ ਉਹ ਛੀਨ ਹੋ ਜਾਣੀ, ਖੋਈ ਜਾਣੀ। ਪਰ ਜਿਹੜੀ ਜਗ੍ਹਾ ਪਰਮਾਤਮਾ ਨੇ ਦੇਣੀ ਹੈ ਨਾ ਸੱਚਖੰਡ ਦੇ ਵਿੱਚ, ਉਹ ਜਗ੍ਹਾ ਨੂੰ ਖੋਹ ਕੋਈ ਨਹੀਂ ਸਕਦਾ, ਉਹ ਜਾਂਦੀ ਕਦੇ। ਨਿਹਚਲ ਦਿੱਤੀਨ ਜਾਏ, ਉਹ ਜਗ੍ਹਾ ਉਹ ਦੇਵੇਗਾ ਜਿਹੜੀ ਹਮੇਸ਼ਾ ਹੀ ਤੇਰੇ ਕੋਲ ਰਵੇਗੀ ਅਤੇ ਤੂੰ ਉਹਦੇ ਉੱਪਰ ਰਵੇਂਗਾ। ਐਸੀ ਬਖਸ਼ਿਸ਼ ਕਰਦੇ ਹਨ। ਸੰਸਾਰ ਸਾਗਰ ਤੇ ਰੱਖਿਆਨ ਪਹੁੜ ਨ ਜਨਮੇ ਤਾਏ। ਇਹ ਸੰਸਾਰ ਰੂਪੀ ਜਿਹੜਾ ਸਾਗਰ ਸਮੁੰਦਰ ਹੈ, ਪਰਮਾਤਮਾ ਹੱਥ ਦੇ ਕੇ ਰੱਖਿਆ ਕਰਦਾ। ਤੇ ਫਿਰ ਧਾਏ ਕਹੀਏ, ਦੌੜਨਾ ਨਹੀਂ ਪੈਂਦਾ ਜਨਮਾਂ ਦੇ ਵਿੱਚ। ਹੁਣ ਤੇ ਸਾਡੀ ਜਨਮਾਂ 'ਚ ਦੌੜ ਲੱਗੀ ਹੈ ਨਾ, ਕਦੇ ਮਨੁੱਖਾ ਜਨਮ 'ਚ ਆ ਗਏ, ਕਦੇ ਕਿਸੇ ਦੂਜੇ ਜਨਮ 'ਚ ਆ ਗਏ, ਤੀਜੇ ਜਨਮ 'ਚ ਚਲੇ ਗਏ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਹ ਸਾਡੀ ਦੌੜ ਲੱਗੀ ਹੈ, ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ। ਪਰ ਮਹਾਰਾਜ ਕਹਿਣ ਲੱਗੇ ਇਸ ਦੌੜ ਤੋਂ ਪਰਮਾਤਮਾ ਰੱਖ ਲਵੇਗਾ। ਨਿਹਚਲ ਦਿੱਤੀਨ ਜਾਏ, ਸੰਸਾਰ ਸਾਗਰ ਤੇ ਰੱਖਿਓਨ ਬਹੁੜ ਨਾ ਜਨਮੈ ਧਾਏ। ਸੰਸਾਰ ਸਾਗਰ ਤੋਂ ਹੱਥ ਦੇ ਕੇ ਰੱਖੇਗਾ, ਫਿਰ ਵਾਰ-ਵਾਰ ਜਨਮਾਂ ਵਿੱਚ ਦੌੜ ਕੇ ਨਹੀਂ ਜਾਣਾ ਪੈਂਦਾ ਹੈ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਸਾਡੀ ਜ਼ੁਬਾਨ ਇੱਕ ਹੈ, ਤੇਰੇ ਗੁਣ ਨੇ ਬਹੁਤੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾ। ਸਾਡੇ ਕੋਲ ਇੱਕ ਜ਼ੁਬਾਨ ਹੈ ਨਾ, ਅਸੀਂ ਇਹਦੇ ਨਾਲ ਵੀ ਨਾਮ ਨਹੀਂ ਜਪ ਸਕਦੇ, ਜਾਂ ਇਹਦੇ ਨਾਲ ਜੇ ਕਿਤੇ ਇੱਕ ਪਾਠ ਅਸੀਂ ਕਰ ਵੀ ਲਿਆ ਤੇ ਸਾਡੇ ਮਨ ਵਿੱਚ ਮਾਣ ਹੈ ਵੀ ਇੱਕ ਜਾਂ ਦੋ ਪਾਠ ਮੈਂ ਕਰ ਲੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜ਼ੁਬਾਨ ਇੱਕ ਹੈ, ਪਰਮਾਤਮਾ ਤੇਰੇ ਗੁਣ ਨੇ ਅਨੇਕ ਬਹੁਤੇ। ਜੇ ਮੇਰੀਆਂ ਬਹੁਤੀਆਂ ਵੀ ਜ਼ੁਬਾਨਾਂ ਹੋਣ ਤਾਂ ਵੀ ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਜਿਹਵਾ ਏਕ, ਜ਼ੁਬਾਨ ਇੱਕ ਹੈ, ਅਨੇਕ ਗੁਣ, ਤੇਰੇ ਗੁਣ ਨੇ ਬਹੁਤੇ, ਜਿਨ੍ਹਾਂ ਦਾ ਅੰਤ ਕੋਈ ਨਹੀਂ ਹੈ। ਪਰ ਤਰੇ ਨਾਨਕ ਚਰਣੀ ਪਾਏ, ਜਿਹੜੇ ਚਰਨਾਂ ਦੇ ਵਿੱਚ ਪਏ ਨੇ ਸੰਸਾਰ ਤੋਂ ਤਰੇ ਉਹ ਨੇ, ਕਿਉਂਕਿ ਚਰਨ ਪਰਮਾਤਮਾ ਦੇ ਨੇ ਜਹਾਜ਼, ਜਿਹੜੇ ਇਸ ਨਾਮ ਦੇ ਜਹਾਜ਼ ਤੇ ਚੜ੍ਹਦੇ ਉਹ ਸੰਸਾਰ ਤੋਂ ਤਰਦੇ ਹਨ। ਫਲਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨ ਤਮਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫੱਗਣ ਦੇ ਮਹੀਨੇ ਵਿੱਚ ਉਸ ਪਰਮਾਤਮਾ ਨੂੰ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ। ਤਮਾਏ ਤੋਂ ਭਾਵ ਤਮੋ ਗੁਣ, ਜਿਹਦੇ ਵਿੱਚ ਤਮੋ ਗੁਣ ਥੋੜਾ ਜਿੰਨਾ ਵੀ ਨਹੀਂ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਉਸ ਪਰਮਾਤਮਾ ਦੀ ਸਿਫਤ ਕਰੀਏ ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ ਆਪਣੀ ਉਸਤਤ ਕਰਾਉਣ ਦੀ। ਅਸੀਂ ਮਤਾਂ ਕਿਤੇ ਸੋਚ ਲਈਏ ਵੀ ਮੈਂ ਉਸਤਤ ਕਰਾਂਗਾ ਤੇ ਪਰਮਾਤਮਾ ਤਾਂ ਵੱਡਾ ਹੋਵੇਗਾ, ਮੈਂ ਨਹੀਂ ਕਰਾਂਗਾ ਤੇ ਪਰਮਾਤਮਾ ਛੋਟਾ ਹੋ ਜਾਏਗਾ। ਨਹੀਂ, ਉਹਨੂੰ ਕੋਈ ਤਮਾ ਹੈ ਹੀ ਨਹੀਂ ਵੀ ਮੈਨੂੰ ਕੋਈ ਸਲਾਵੇ ਜਾਂ ਨਾ ਸਲਾਵੇ। ਜਿੱਡਾ ਵੱਡਾ ਉਹ ਆਪ ਹੈ, ਉੱਡੀ ਵੱਡਾ ਹੀ ਉਹਨੇ ਰਹਿਣਾ ਹੈ। ਸਾਰੀ ਦੁਨੀਆ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੀ ਦੁਨੀਆ ਕਹੇ ਰੱਬ ਬੜਾ ਚੰਗਾ, ਉਹਨੇ ਵੱਡੇ ਨਹੀਂ ਹੋਣਾ। ਸਾਰੀ ਦੁਨੀਆ ਕਵੇ ਰੱਬ ਬੜਾ ਮਾੜਾ, ਉਹਨੇ ਛੋਟੇ ਨਹੀਂ ਹੋ ਜਾਣਾ, ਕਿਉਂਕਿ ਉਹਨੂੰ ਤਮਾ ਹੈ ਹੀ ਨਹੀਂ, ਉਹਨੂੰ ਖਾਹਿਸ਼ ਹੈ ਹੀ ਨਹੀਂ ਹੈ ਕੋਈ ਚੰਗਾ ਕਵੇ ਕੋਈ ਮਾੜਾ ਕਵੇ। ਪਰਮਾਤਮਾ ਨੂੰ ਕੋਈ ਫਰਕ ਨਹੀਂ ਹੈ। ਜੇ ਫਰਕ ਪੈਣਾ ਤੇ ਜੀਵ ਨੂੰ ਪੈਣਾ, ਸਾਨੂੰ ਫਰਕ ਪੈਣਾ। ਫਲਗੁਣ ਨਿਤ ਸਲਾਹੀਐ, ਜਿਸ ਨੂੰ ਤਿਲ ਨਾ ਤਮਾਏ। ਐ ਸਿੱਖਾ ਪਰਮਾਤਮਾ ਦੀ ਸਿਫਤ ਕਰ। ਉਹ ਪਰਮਾਤਮਾ ਜਿਹਨੂੰ ਆਪਣੀ ਸਿਫਤ ਕਰਾਉਣ ਦੀ ਇੱਛਾ ਹੈ ਹੀ ਨਹੀਂ ਹੈ, ਉਹਨੂੰ ਇੱਛਾ ਤੇ ਨਹੀਂ ਹੈ ਪਰ ਤੂੰ ਕਰ, ਕਿਉਂਕਿ ਤੇਰੇ ਕਰਨ ਦੇ ਨਾਲ ਫਲ ਤੈਨੂੰ ਮਿਲਣਾ, ਨਾ ਕਰਨ ਦੇ ਨਾਲ ਘਾਟਾ ਤੈਨੂੰ ਪੈਣਾ। ਪਰਮਾਤਮਾ ਨੂੰ ਕੋਈ ਘਾਟਾ ਨਹੀਂ। ਇਹ ਸਤਿਗੁਰਾਂ ਨੇ ਫੱਗਣ ਦਾ ਮਹੀਨਾ ਬਖਸ਼ਿਆ। ਅਗਲੀ ਪੌੜੀ ਦੇ ਵਿੱਚ
ਮਹਾਤਮ ਦੱਸਣ ਲੱਗੇ ਨੇ ਨਾਮ ਜਪਣ ਦਾ। ਫਰਮਾਉਂਦੇ ਹਨ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਯੁਗ ਦੇ ਵਿੱਚ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਉਹਨੇ ਕੀਤੇ। ਜਿਹੜਾ ਹੁਣ ਨਾਮ ਜਪੇਗਾ ਉਹਦੇ ਕਾਰਜ ਹੋ ਜਾਣਗੇ। ਜਿਹੜਾ ਅੱਗੇ ਨਾਮ ਜਪੇਗਾ ਆਉਣ ਵਾਲੇ ਸਮੇਂ ਵਿੱਚ 20 ਸਾਲਾਂ ਨੂੰ, 50 ਸਾਲਾਂ ਨੂੰ, 1 ਸਦੀ ਨੂੰ ਅੱਗੇ ਜਿਹੜਾ ਨਾਮ ਜਪੇਗਾ ਉਹਦੇ ਵੀ ਕਾਰਜ ਸੌਰ ਜਾਣਗੇ। ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਨਾਮ ਧਿਆਇਆ ਜਪਿਆ ਹੈ, ਤਿਨ ਕੇ ਕਾਜ ਸਰੇ, ਉਹਨਾਂ ਪਹਿਲਿਆਂ ਦੇ ਵੀ ਕੰਮ ਸਾਰੇ ਸੌਰ ਗਏ ਨੇ। ਜਿਹੜੇ ਅੱਗੇ ਆਉਣਗੇ ਉਹਨਾਂ ਦੇ ਵੀ ਸਾਰੇ ਕੰਮ ਸੌਰ ਜਾਣੇ ਹਨ। ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਦੁਆਰਾ ਹਰੀ ਪਰਮੇਸ਼ਰ ਨੂੰ ਅਰਾਧਿਆ ਹੈ, ਉਹ ਦਰਗਾਹ ਦੇ ਵਿੱਚ ਸੱਚੇ ਨੇ, ਉਹ ਦਰਗਾਹ ਦੇ ਵਿੱਚ ਖਰੇ ਨੇ, ਖਰੇ ਉਤਰੇ। ਸਿੱਕਾ ਹੁੰਦਾ ਨੇ ਇੱਕ ਖੋਟਾ ਤੇ ਇੱਕ ਖਰਾ। ਜਿਹੜਾ ਖੋਟਾ ਸਿੱਕਾ ਉਹਨੂੰ ਕੋਈ ਨਹੀਂ ਲੈਂਦਾ, ਤੇ ਖਰਾ ਜਿਹੜਾ ਉਹ ਚੱਲ ਜਾਂਦਾ ਸਾਰਿਆਂ ਥਾਵਾਂ। ਮਹਾਰਾਜ ਕਹਿਣ ਲੱਗੇ ਉਹ ਖਰੇ ਸਿੱਕੇ ਬਣ ਗਏ, ਸਾਰਿਆਂ ਥਾਵਾਂ ਤੇ ਚੱਲਣ ਵਾਲੇ, ਜਾਣ ਵਾਲੇ। ਜਿਨ੍ਹਾਂ ਨੇ ਪੂਰੇ ਗੁਰੂ ਦੇ ਦੁਆਰਾ ਅਰਾਧਿਆ ਉਹ ਦਰਗਾਹ ਦੇ ਵਿੱਚ ਸੱਚੇ ਨੇ, ਦਰਗਾਹ ਦੇ ਵਿੱਚ ਖਰੇ ਉਤਰੇ ਹਨ। ਸਰਬ ਸੁਖਾ ਨਿਤ ਚਰਨ ਹਰ ਭੌਜਲ ਬਿਖਮ ਤਰੇ। ਪਰਮਾਤਮਾ ਦੇ ਜਿਹੜੇ ਚਰਨ ਨੇ ਸਰਬ ਸੁਖਾ, ਉਹਨਾਂ ਵਿੱਚੋਂ ਸਾਰੇ ਸੁਖ ਮਿਲਦੇ ਨੇ। ਕੋਈ ਇਹੋ ਜਿਹਾ ਸੁਖ ਨਹੀਂ ਜਿਹੜਾ ਪਰਮਾਤਮਾ ਕੋਲ ਨਾ ਹੋਵੇ। ਸਰਬ ਸੁਖਾ, ਜਿੰਨੇ ਸਾਰੇ ਸੁਖ ਨੇ, ਮਹਾਰਾਜ ਕਹਿਣ ਲੱਗੇ ਨਿਧ ਚਰਨ ਹਰ, ਪਰਮਾਤਮਾ ਦੇ ਚਰਨ ਨੇ ਖਜ਼ਾਨਾ। ਉਥੋਂ ਜਿਹੜਾ ਮਰਜ਼ੀ ਸੁਖ ਕੱਢ ਲਾ, ਪਰ ਖਜ਼ਾਨੇ ਵਿੱਚੋਂ ਤਾਂ ਕੁਝ ਕੱਢਿਆ ਜਾ ਸਕਦਾ ਜੇ ਖਜ਼ਾਨੇ ਦੇ ਕੋਲ ਜਾਏਗਾ, ਦੂਰੋਂ ਨਹੀਂ ਕੁਝ ਨਿਕਲਣਾ। ਪਾਣੀ ਦਾ ਘੜਾ ਭਰਿਆ ਨਾ, ਜੇ ਘੜੇ ਦੇ ਕੋਲ ਚਲਾ ਗਿਆ ਤੇ ਤਾਂ ਗਲਾਸ ਭਰ ਕੇ ਬਾਹਰ ਕੱਢੇਗਾ। ਜੇ ਘੜੇ ਤੋਂ ਦੂਰ ਬੈਠਾ ਤੇ ਫਿਰ ਤੇਰਾ ਹੱਥ ਨਹੀਂ ਪਹੁੰਚੇਗਾ, ਪਾਣੀ ਨਹੀਂ ਕੱਢ ਸਕੇਗਾ। ਪਰਮਾਤਮਾ ਦੇ ਚਰਨ ਨੇ ਖਜ਼ਾਨਾ, ਪਰ ਉਹਦੇ ਵਿੱਚੋਂ ਸੁਖ ਤਾਂ ਨਿਕਲਣਾ ਜੇ ਚਰਨਾਂ ਦੇ ਕੋਲ ਪਹੁੰਚੇਗਾ, ਪ੍ਰਾਪਤੀ ਕਰੇਗਾ। ਤੇ ਫਿਰ ਇਹ ਜਿਹੜਾ ਔਖਾ ਸੰਸਾਰ ਹੈ ਨਾ, ਇਹਦੇ ਤੋਂ ਵੀ ਤਰ ਜਾਈਦਾ ਹੈ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਪਾਈ ਹੈ ਉਹ ਵਕਾਰਾਂ ਰੂਪੀ ਜ਼ਹਿਰ ਵਿੱਚ ਸੜਦੇ ਨਹੀਂ ਹਨ। ਪ੍ਰੇਮ ਭਗਤ ਤਿਨ ਪਾਈਆ, ਜਿਨ੍ਹਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕੀਤੀ ਹੈ, ਵਿਖਿਆ ਨਾਹੇ ਜਰੇ, ਵਕਾਰਾਂ ਦੀ ਜ਼ਹਿਰ ਵਿੱਚ ਸੜਦੇ ਨਹੀਂ ਹਨ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਪਰੇ। ਉਹਨਾਂ ਦੇ ਅੰਦਰੋਂ ਕੂੜ ਕਹੀਏ ਝੂਠ ਚਲਾ ਗਿਆ, ਕੂੜ ਗਏ ਝੂਠ ਚਲਾ ਗਿਆ। ਦੁਬਿਧਾ ਨਸੀ, ਦਵੈਤ ਨਸ ਗਈ ਹੈ। ਦੋ ਰਾਹ ਜਿਹੜੇ ਬਣੇ ਹੋਏ ਨਾ, ਇਹ ਭੱਜ ਗਏ, ਸਾਰੇ ਦੌੜ ਗਏ। ਅਤੇ ਪੂਰਨ ਸੱਚ ਭਰੇ, ਸੱਚੇ ਨਾਮ ਦੇ ਉਹ ਪਰਿਪੂਰਨ ਖਜ਼ਾਨੇ ਭਰ ਜਾਂਦੇ, ਲਪਾ ਲੱਪ ਹੋ ਜਾਂਦੇ। ਨਾਮ ਦੇ ਖਜ਼ਾਨੇ ਐਸੇ ਬਣ ਜਾਂਦੇ ਹਨ। ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ। ਜਿਨ੍ਹਾਂ ਨੇ ਪਾਰ ਬ੍ਰਹਮ ਪਰਮਾਤਮਾ ਨੂੰ ਸੇਵਿਆ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ। ਜਿਨ੍ਹਾਂ ਨੇ ਸੇਵਿਆ ਮਾਨ ਉਹਨਾਂ ਨੂੰ ਮਿਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਰ ਬ੍ਰਹਮ ਪ੍ਰਭ ਸੇਵਦੇ, ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਸੇਵਿਆ ਹੈ ਅਤੇ ਮਨ ਦੇ ਵਿੱਚ ਜਿਨ੍ਹਾਂ ਨੇ ਇੱਕ ਧਰਿਆ ਹੈ। ਕਈ ਵਾਰੀ ਕੀ ਹੁੰਦਾ ਵੀ ਸਾਡੇ ਮਨ ਵਿੱਚ ਕੁਝ ਹੋਰ ਹੁੰਦਾ, ਜ਼ੁਬਾਨ ਤੇ ਕੁਝ ਹੋਰ ਹੈ, ਪਰ ਜਿਨ੍ਹਾਂ ਨੇ ਜ਼ੁਬਾਨ ਤੇ ਵੀ ਉਹਨੂੰ ਰੱਖਿਆ, ਜਿਨ੍ਹਾਂ ਨੇ ਮਨ ਵਿੱਚ ਵੀ ਉਹਨੂੰ ਰੱਖਿਆ, ਉਹ ਪੂਰਨ ਪ੍ਰਾਪਤੀ ਵਾਲੇ ਹਨ। ਬਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਜਿਨ੍ਹਾਂ ਦੇ ਉੱਪਰ ਨਜ਼ਰ ਹੋਈ ਹੈ, ਜਿਨ੍ਹਾਂ ਉੱਪਰ ਮਿਹਰ ਹੋਈ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ, ਜੇ ਗੁਰੂ ਕਿਰਪਾ ਕਰੇ। ਇੱਥੇ ਵੀ ਬਚਨ ਆਇਆ ਜਿਨ ਕੋ ਨਦਰ ਕਰੇ, ਜਿਨ੍ਹਾਂ ਦੇ ਉੱਪਰ ਉਹ ਕਿਰਪਾ ਕਰੇ, ਉਹਨਾਂ ਦੇ ਵਾਸਤੇ ਮਾਹ ਕਹੀਏ ਮਹੀਨਾ ਉਹਨਾਂ ਦਾ ਸਫਲਾ ਹੈ। ਦਿਵਸ ਤੋਂ ਭਾਵ ਉਹਨਾਂ ਦਾ ਦਿਨ ਵੀ ਸਫਲਾ ਹੈ। ਤੇ ਮੂਰਤ ਕਹਿੰਦੇ 2 ਘੜੀਆਂ ਦੇ ਸਮੇਂ ਨੂੰ, ਉਹਨਾਂ ਦੀਆਂ 2 ਘੜੀਆਂ ਵੀ ਸਫਲੀਆਂ, 1 ਘੜੀ ਵੀ ਸਫਲੀ, ਅੱਧਾ ਮਿੰਟ, ਮਿੰਟ ਵੀ ਸਫਲਾ। ਇਹਨਾਂ ਦਾ ਸਫਲਾ ਹੈ ਜਿਨ੍ਹਾਂ ਦੇ ਉੱਪਰ ਉਹ ਨਜ਼ਰ ਕਰਦਾ, ਮਿਹਰ ਕਰਦਾ ਹੈ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਐ ਹਰੀ ਹਰ ਪਰਮਾਤਮਾ ਕਿਰਪਾ ਕਰ, ਅਸੀਂ ਤੇਰੇ ਕੋਲੋਂ ਤੇਰੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ, ਤੂੰ ਸਾਨੂੰ ਦਰਸ਼ਨ ਬਖਸ਼ਿਸ਼ ਕਰ। ਇਹੋ ਦਾਨ ਚਾਹੀਦਾ, ਇੱਕ ਦਖਣਾ ਹੋ ਤੋ ਪਹਿ ਮੰਗੋ ਅਰ ਦੀਜੈ ਨਾਮ ਪਿਆਰੀ। ਮੈਨੂੰ ਦਕਸ਼ਨਾ ਇਹ ਚਾਹੀਦੀ ਹੈ ਕਿ ਤੇਰਾ ਨਾਮ ਮੈਨੂੰ ਮਿਲੇ, ਇਹ ਮੇਰੇ ਤੇ ਕਿਰਪਾ ਕਰ।
ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਐ ਹਰੀ ਹਰ ਪਰਮਾਤਮਾ ਸਾਡੇ ਤੇ ਕਿਰਪਾ ਕਰ, ਇਹ ਤੇਰੇ ਦਰਸ਼ਨਾਂ ਦੀ ਦਾਤ ਮੈਨੂੰ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਸਾਨੂੰ 12 ਮਾਹ ਮਹੀਨੇ ਦਾ ਉਪਦੇਸ਼ ਬਖਸ਼ਿਆ ਹੈ। ਅੱਜ ਫਗਣ ਦਾ ਮਹੀਨਾ ਪ੍ਰਾਪਤ ਹੋਇਆ ਹੈ। ਸਤਿਗੁਰੂ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਵਾਉਣ। ਅਗਲੀ ਪੌੜੀ ਦੇ ਵਿੱਚ ਮਹਾਰਾਜ ਨੇ ਨਾਮ ਦਾ ਮਹਾਤਮ ਦੱਸਿਆ ਹੈ। ਜਿਨ ਜਿਨ ਨਾਮ ਤੇ ਆਇਆ ਇਹ ਫਲ ਦੱਸਿਆ ਹੈ। ਸੋ ਇਹ ਸਾਡੇ ਸਾਲ ਦਾ ਅਖੀਰਲਾ ਮਹੀਨਾ ਹੈ। ਚੇਤਰ ਦੇ ਮਹੀਨੇ ਤੋਂ ਅੱਗੇ ਫਿਰ ਨਵਾਂ ਸਾਲ ਪ੍ਰਾਰੰਭ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਜੋ ਸੱਜਣਾ ਸੀ ਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।